दुनिया एक उदासी वाली जगह है जो अनिश्चितता नाल भरी हुई है। लोग ਇਹ ਵੀ नहीं जानते कि इस धरती उत्ते रहंदे होए की करना है ਅਤੇ बस समा लंघन दिंदे हन। हालांकि परमेश्वर ने सानू स्वर्ग दी कीमती आस दिती है। परमेश्वर सानू सदीपक स्वर्ग दे राज दे शाही जाजक बनाउण लई तैयार कर रहे हैं, जिथे कोई मौत ਜਾਂ ਸੋਗ ਜਾਂ ਦੁੱਖ नहीं है। ਅੱਜ ਆਓ ਅਸੀਂ ਆਤਮਾ ਤੇ ਲਾੜੀ ਸਾਨੂੰ ਬੁਲਾ ਰਹੇ ਹਨ। ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰਨ ਦਾ ਕੁਝ ਸਮਾਂ ਲਈਏ। ਸਾਰੇ ਲੋਕੋ, ਕੋਰੋਨਾ ਵਾਇਰਸ ਹੁਣ ਕਾਬੂ ਤੋਂ ਬਾਹਰ ਹੈ ਅਤੇ ਕੋਈ ਨਹੀਂ ਜਾਣਦਾ ਕਿ ਇਹ ਕਦੋਂ ਸਮਾਪਤ ਹੋਵੇਗਾ। ਕੁਝ ਲੋਕਾਂ ਨੇ ਸੋਚਿਆ ਕਿ ਇਹ ਇੱਕ ਮੌਸਮੀ ਮਹਾਮਾਰੀ ਸੀ ਜੋ ਸਰਦੀਆਂ ਦੇ ਖਤਮ ਹੋਣ ਤੋਂ ਬਾਅਦ ਖਤਮ ਹੋ ਜਾਵੇਗੀ, ਪਰ ਇਹ ਇੱਕ ਅਜਿਹੀ ਮਹਾਮਾਰੀ ਨਹੀਂ ਹੈ ਜੋ ਸਿਰਫ ਸਰਦੀਆਂ ਵਿੱਚ ਫੈਲਦੀ ਹੈ, ਪਰ ਇਹ ਪੂਰੇ ਸਾਲ ਭਰ ਰਹਿੰਦੀ ਹੈ। ਇਸ ਤੋਂ ਇਲਾਵਾ ਕੁਝ ਪ੍ਰਸਿੱਧ ਡਾਕਟਰੀ ਮਾਹਰ ਕਹਿੰਦੇ ਹਨ ਕਿ ਉਹ ਬਿਮਾਰੀ ਆਵੇਗੀ ਜਿਹੜੀ ਹੋਰ ਜ਼ਿਆਦਾ ਛੂਤਕਾਰੀ ਹੈ। ਇਸ ਤੋਂ ਇਲਾਵਾ ਉੱਤਰੀ ਧਰੁਵ ਵਿੱਚ ਵੀ ਬਰਫ਼ ਬਹੁਤ ਵੱਡੀ ਮਾਤਰਾ 'ਚ ਪਿਘਲ ਰਹੀ ਹੈ। ਜੇ ਇਹ ਜਾਰੀ ਰਿਹਾ, ਹਜ਼ਾਰਾਂ ਸਾਲਾਂ ਤੋਂ ਬਰਫ਼ ਵਿੱਚ ਕੈਦ ਵਾਇਰਸ ਬਾਹਰ ਆ ਜਾਵੇਗਾ। ਕਿਸੇ ਵਿਗਿਆਨੀ ਮਾਹਰ ਦੇ ਕੋਲ ਵੀ ਇਹਨਾਂ ਵਾਇਰਸ ਬਾਰੇ ਇੱਥੋਂ ਤੱਕ ਕਿ ਕੋਈ ਵੀ ਗਿਆਨ ਜਾਂ ਤਜਰਬਾ ਨਹੀਂ ਹੈ। ਜਦੋਂ ਬਰਫ਼ ਪਿਘਲੇਗੀ ਅਤੇ ਵਾਇਰਸ ਫੈਲੇਗਾ, ਉਸ ਵੇਲੇ ਮਨੁੱਖ ਇਸ ਧਰਤੀ ਉੱਤੇ ਕਿਵੇਂ ਰਹਿ ਸਕਣਗੇ? ਪਿਤਾ ਅਤੇ ਮਾਤਾ ਜੀ ਨੇ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਮੇਰੇ ਕੋਲ ਆਓ ਕਿਉਂ ਕਿਹਾ? ਸ਼ੈਤਾਨ ਸਦੀਪਕ ਜੀਵਨ ਦੇ ਰਾਹ ਨੂੰ ਰੋਕ ਰਿਹਾ ਹੈ ਤਾਂ ਜੋ ਅਸੀਂ ਪਿਤਾ ਅਤੇ ਮਾਤਾ ਜੀ ਦੇ ਕੋਲ ਨਾ ਜਾ ਸਕੀਏ। ਉਸ ਦੇ ਬਾਵਜੂਦ ਸਾਰੀ ਮਨੁੱਖ ਜਾਤੀ ਨੂੰ ਪਿਤਾ ਅਤੇ ਮਾਤਾ ਜੀ ਦੇ ਕੋਲ ਆਉਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦਾ ਨੇਮ, ਸਦੀਪਕ ਜੀਵਨ ਦਾ ਵਾਅਦਾ ਪ੍ਰਾਪਤ ਕਰਨਾ ਅਤੇ ਸਦੀਪਕ ਸਵਰਗ ਦੇ ਰਾਜ ਦੀ ਆਸ ਰੱਖਣੀ ਚਾਹੀਦੀ ਹੈ। ਕਿਉਂਕਿ ਅਸੀਂ ਸਰੀਰ ਵਿੱਚ ਜੀ ਰਹੇ ਹਾਂ, ਫਿਰ ਕੁਦਰਤੀ ਰੂਪ ਨਾਲ ਲੋਕ ਸਿਰਫ ਇਸ ਗੱਲ ਤੇ ਧਿਆਨ ਕੇਂਦਰਿਤ ਕਰਦੇ ਹਨ ਕਿ ਇਸ ਧਰਤੀ ਉੱਤੇ ਕਿਵੇਂ ਜਿਉਂਦੇ ਰਹੀਏ। ਹਾਲਾਂਕਿ ਕਿ ਪਰਮੇਸ਼ਵਰ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਧਰਤੀ ਉੱਤੇ ਸਾਡਾ ਸਮਾਂ ਸਿਰਫ ਅਸਥਾਈ ਹੈ ਅਤੇ ਫਿਰ ਅਸੀਂ ਇਸ ਨੂੰ ਛੱਡ ਦਿਆਂਗੇ। ਉਸ ਜਗ੍ਹਾ ਤੇ ਜਾਣ ਲਈ ਕਿ ਸਾਨੂੰ ਉਹ ਸਭ ਕੁਝ ਤਿਆਰ ਨਹੀਂ ਕਰਨਾ ਚਾਹੀਦਾ ਜਿਸ ਦੀ ਸਾਨੂੰ ਲੋੜ ਹੈ। ਜੇਕਰ ਅਸੀਂ ਅੱਜ ਸਵਰਗ ਜਾਈਏ, ਫਿਰ ਕੀ ਹੋਵੇਗਾ ਕਿ ਅਸੀਂ ਆਪਣੇ ਆਪ ਨੂੰ ਸਵਰਗ ਵਿੱਚ ਪ੍ਰਵੇਸ਼ ਕਰਾਉਣ ਯੋਗ ਤਿਆਰ ਕਰਦੇ ਹੋਏ ਸਹੀ ਵਿਸ਼ਵਾਸ ਅਤੇ ਕੰਮਾਂ ਨਾਲ ਜੀਵਨ ਜੀ ਰਹੇ ਹਾਂ। ਇਸ ਧਰਤੀ ਨੂੰ ਦੇਖੋ, ਫਿਰ ਇਹ ਕਈ ਬਿਮਾਰੀਆਂ, ਭਿੰਨ-ਭਿੰਨ ਮੁਸ਼ਕਲਾਂ ਅਤੇ ਦੁੱਖਾਂ ਨਾਲ ਭਰੀ ਹੈ। ਪਰ ਕੀ ਪਰਮੇਸ਼ਵਰ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਭਵਿੱਖ ਵਿੱਚ ਅਸੀਂ ਸਵਰਗ ਦੇ ਰਾਜ ਵਿੱਚ ਜਾਵਾਂਗੇ ਜਿੱਥੇ ਕੋਈ ਮੌਤ ਜਾਂ ਸੋਗ ਜਾਂ ਦੁੱਖ ਜਾਂ ਦਰਦ ਨਹੀਂ ਹੈ, ਪਰ ਸਿਰਫ ਸਦੀਪਕ ਖੁਸ਼ੀ ਹੈ ਜੋ ਹਰ ਦਿਨ ਨਵਪੂਰਤ ਹੁੰਦੀ ਹੈ। ਇਹਨਾਂ ਦਿਨਾਂ ਵਿੱਚ ਸਮਾਂ ਸੱਚਮੁੱਚ ਉੱਡ ਜਾਂਦਾ ਹੈ ਕਿ ਤੁਹਾਨੂੰ ਅਜਿਹਾ ਮਹਿਸੂਸ ਨਹੀਂ ਹੁੰਦਾ। ਸਾਡੇ ਜੀਵਨ ਦੇ ਦਿਨ ਇੱਕ ਝਲਕ ਵਾਂਗੂ ਸਾਡੇ ਕੋਲੋਂ ਲੰਘ ਜਾਂਦੇ ਹਨ। ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਸਾਨੂੰ ਆਪਣੇ ਜੀਵਨ ਦੇ ਉਦੇਸ਼ ਨੂੰ ਇਹ ਸੋਚਦੇ ਹੋਏ ਸਹੀ ਦਿਸ਼ਾ ਵਿੱਚ ਰੱਖਣ ਦੀ ਲੋੜ ਹੈ। ਅੱਜ ਮੈਂ ਸਵਰਗ ਵਿੱਚ ਇਨਾਮ ਕਿਵੇਂ ਜਮ੍ਹਾਂ ਕਰ ਸਕਦਾ ਹਾਂ? ਜੇਕਰ ਅਸੀਂ ਇਸ ਤਰ੍ਹਾਂ ਇੱਕ ਪਲ ਲਈ ਵੀ ਨਹੀਂ ਸੋਚਦੇ ਤਦ ਇਹ ਮੂਰਖਤਾ ਹੋਵੇਗੀ। ਇਹ ਸਾਨੂੰ ਉਸ ਸਮੇਂ ਨੂੰ ਬਰਬਾਦ ਕਰਨ ਦਾ ਕਾਰਨ ਹੋਵੇਗਾ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਇਸ ਲਈ ਸਾਨੂੰ ਧਿਆਨ ਭਟਕਾਉਣਾ ਨਹੀਂ ਚਾਹੀਦਾ ਅਤੇ ਸਵਰਗ ਦੇ ਰਾਹ ਵਿੱਚ ਗੁੰਮਣਾ ਨਹੀਂ ਚਾਹੀਦਾ। ਸਾਨੂੰ ਪਿਤਾ ਅਤੇ ਮਾਤਾ ਜੀ ਤੇ ਆਪਣਾ ਵਿਸ਼ਵਾਸ ਕਦੋਂ ਤੱਕ ਰੱਖਣਾ ਚਾਹੀਦਾ ਹੈ? ਕਿਉਂਕਿ ਪਰਮੇਸ਼ਵਰ ਨੇ ਕਿਹਾ ਜਿਹੜਾ ਅੰਤ ਤੱਕ ਦ੍ਰਿੜ ਰਹੇਗਾ ਉਹੀ ਮੁਕਤੀ ਪਾਵੇਗਾ। ਫਿਰ ਮੈਂ ਪ੍ਰਾਰਥਨਾ ਕਰਦਾ ਕਿ ਅਸੀਂ ਆਪਣਾ ਵਿਸ਼ਵਾਸ ਨਾ ਗਵਾਈਏ ਪਰ ਅੰਤ ਤੱਕ ਇਸ ਰਾਹ ਉੱਤੇ ਚੱਲੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਦੇਖੋ। ਆਤਮਾ ਅਤੇ ਲਾੜੀ ਆਖਦੀ ਹੈ। ਉਹ ਕੀ ਆਖਦੇ ਨੇ? ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਕੀ ਲਵੇ? ਅੰਮ੍ਰਿਤ ਜਲ ਮੁਕਤ ਲਵੇ। ਇਸ ਦੇ ਬਾਅਦ ਕੀ ਵਚਨ ਦਿੱਤਾ ਗਿਆ ਹੈ? ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਹਨਾਂ ਵਿੱਚੋਂ ਕੁਝ ਵਧਾਵੇ ਤਾਂ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਉੱਤੇ ਵਧਾਵੇਗਾ
ਅਤੇ ਜੇ ਕੋਈ ਇਸ ਅਗਮਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਜ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਦਾ ਹਿੱਸਾ ਘਟਾਵੇਗਾ। ਅਸੀਂ ਸਵਰਗ ਜਾ ਸਕਦੇ ਹਾਂ ਜਾਂ ਨਹੀਂ, ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਬਾਈਬਲ ਵਿੱਚ ਲਿਖੇ ਵਚਨਾਂ ਦਾ ਪਾਲਨ ਉਸੇ ਤਰ੍ਹਾਂ ਕਰਦੇ ਹਾਂ ਜਿਵੇਂ ਉਹ ਲਿਖੇ ਗਏ ਹਨ। ਇਸ ਲਈ ਜਦੋਂ ਆਤਮਾ ਤੇ ਲਾੜੀ ਆਖਦੇ ਹਨ ਆਓ, ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਆਤਮਾ ਤੇ ਲਾੜੀ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਉਹਨਾਂ ਕੋਲ ਜਾਣਾ ਚਾਹੀਦਾ ਹੈ। ਇਸ ਸੰਦੇਸ਼ ਤੋਂ ਬਾਅਦ ਇਹ ਲਿਖਿਆ ਹੈ ਕਿ ਸਾਨੂੰ ਇਸ ਕਿਤਾਬ ਦੀ ਭਵਿੱਖਬਾਣੀ ਦੇ ਵਚਨਾਂ ਵਿੱਚੋਂ ਕੁਝ ਵੀ ਵਧਾਉਣਾ ਜਾਂ ਕੁਝ ਵੀ ਘਟਾਉਣਾ ਨਹੀਂ ਚਾਹੀਦਾ। ਸਾਨੂੰ ਬਾਈਬਲ ਵਿੱਚੋਂ ਕਿਸੇ ਵੀ ਸ਼ਬਦ ਨੂੰ ਵਧਾਉਣਾ ਜਾਂ ਘਟਾਉਣਾ ਨਹੀਂ ਚਾਹੀਦਾ। ਇਸੇ ਤਰ੍ਹਾਂ ਸਾਨੂੰ ਸੰਦੇਸ਼ ਆਤਮਾ ਤੇ ਲਾੜੀ ਆਖਦੇ ਹਨ ਆਓ ਵਿੱਚ ਵੀ ਕੁਝ ਵੀ ਵਧਾਉਣਾ ਜਾਂ ਘਟਾਉਣਾ ਨਹੀਂ ਚਾਹੀਦਾ। ਫਿਰ ਇਸ ਦੇ ਅਨੁਸਾਰ ਸਾਨੂੰ ਕਿਸ ਨੂੰ ਲੱਭਣਾ ਚਾਹੀਦਾ ਹੈ? ਜੋ ਲੋਕ ਆਤਮਾ ਅਤੇ ਲਾੜੀ ਅਰਥਾਤ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਲੱਭ ਰਹੇ ਹਨ, ਉਹ ਮਨੁੱਖ ਇਤਿਹਾਸ ਵਿੱਚ ਸਭ ਤੋਂ ਧਨ ਲੋਕ ਹਨ। ਜਦੋਂ ਉਹ ਸਿਯੋਨ ਵਿੱਚ ਅੰਤ ਤੱਕ ਆਪਣਾ ਵਿਸ਼ਵਾਸ ਬਣਾਏ ਰੱਖਦੇ ਹਨ ਜਿੱਥੇ ਪਿਤਾ ਅਤੇ ਮਾਤਾ ਜੀ ਨਿਵਾਸ ਕਰਦੇ ਹਨ, ਫਿਰ ਕੀ ਉਹਨਾਂ ਨੂੰ ਬਚਾਇਆ ਨਹੀਂ ਜਾਵੇਗਾ ਅਤੇ ਸਵਰਗ ਵਿੱਚ ਪਵਿੱਤਰ ਨਹੀਂ ਕਿਹਾ ਜਾਵੇਗਾ? ਸਾਨੂੰ ਉਹਨਾਂ ਲੋਕਾਂ ਵਾਂਗੂ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਆਤਮਾ ਤੇ ਲਾੜੀ ਕਿਉਂ ਆਖਦੇ ਹਨ ਆਓ ਅਤੇ ਜੀਵਨ ਦਾ ਜਲ ਮੁਕਤ ਲਵੋ? ਰਸੂਲ ਯਹੂਨਾ ਨੂੰ ਦਿੱਤੀ ਗਈ ਪ੍ਰਕਾਸ਼ ਦੀ ਪੋਥੀ ਵਿੱਚ ਉਹ ਕੌਣ ਹੈ ਜੋ ਜੀਵਨ ਦਾ ਜਲ ਦਿੰਦੇ ਹਨ? ਆਤਮਾ ਅਤੇ ਕੌਣ ਹੈ? ਲਾੜੀ। ਫਿਰ ਆਤਮਾ ਅਤੇ ਲਾੜੀ ਕੌਣ ਹਨ ਜੋ ਸਾਨੂੰ ਜੀਵਨ ਦਾ ਜਲ ਦੇ ਰਹੇ ਹਨ? ਆਓ ਅਸੀਂ ਯਹੂਨਾ ਅਧਿਆਇ 4 ਵਿੱਚ ਇਸ ਦਾ ਜਵਾਬ ਦੇਖੀਏ। ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੀਵਨ ਦਾ ਜਲ ਕੀ ਹੈ। ਅਧਿਆਇ 4 ਵਚਨ 14, ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕ ਕਾਲ ਤੇ ਕਦੇ ਤਿਹਾਇਆ ਨਾ ਹੋਵੇਗਾ, ਬਲਕਿ ਉਹ ਜਲ ਜੋ ਮੈਂ ਉਹਨੂੰ ਦਿਆਂਗਾ ਉਹਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਕਦੋਂ ਤੀਕਰ ਅਨੰਤ ਜਿਉਣ ਤੀਕਰ ਉਛਲਦਾ ਰਹੇਗਾ। ਇੱਥੇ ਮੈਂ ਯੀਸ਼ੂ ਨੂੰ ਸੰਕੇਤ ਕਰਦਾ ਹੈ। ਯੀਸ਼ੂ ਜੋ ਜਲ ਦਿੰਦੇ ਹਨ ਉਹ ਉਸ ਵਿੱਚ ਇੱਕ ਸੋਮਾ ਬਣ ਜਾਣਗੇ ਜੋ ਅਨੰਤ ਜਿਉਣ ਤੀਕਰ ਉਛਲਦਾ ਰਹੇਗਾ। ਫਿਰ ਆਓ ਅਸੀਂ ਅਧਿਆਇ 4 ਵਚਨ 5 ਵੇਖੀਏ ਕਿ ਯੀਸ਼ੂ ਨੇ ਕਿਸ ਤਰ੍ਹਾਂ ਦੇ ਜਲ ਬਾਰੇ ਕਿਹਾ ਕਿ ਉਹ ਸਾਨੂੰ ਦੇਣਗੇ। ਉਹ ਸੁਖਾਰ ਨਾਮੇ ਸਾਮਰੀਆ ਦੇ ਇੱਕ ਨਗਰ ਦੇ ਕੋਲ ਆਇਆ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ, ਔਰ ਉੱਥੇ ਯਾਕੂਬ ਦਾ ਖੂਹ ਹੈ ਸੀ। ਸੋ ਯੀਸ਼ੂ ਪੈੜੇ ਤੋਂ ਥੱਕ ਕੇ ਉਸ ਖੂਹ ਉੱਤੇ ਐਵੇਂ ਬੈਠ ਗਿਆ। ਉਹ ਦੁਪਹਿਰ ਕੁ ਦਾ ਵੇਲਾ ਸੀ। ਅੱਜ ਦੇ ਸਮੇਂ ਦੇ ਮਾਨਕ ਦੇ ਅਨੁਸਾਰ ਦੁਪਹਿਰ ਕੁ ਦਾ ਵੇਲਾ 12 ਵਜੇ ਹੈ। ਵਚਨ 7, ਤਦ ਸਾਮਰੀਆ ਦੀ ਇੱਕ ਤੀਵੀ ਪਾਣੀ ਭਰਨੇ ਆਈ। ਯੀਸ਼ੂ ਨੇ ਉਹਨੂੰ ਆਖਿਆ ਮੈਨੂੰ ਜਲ ਪਿਆ, ਕਿਉਂ ਜੋ ਉਸਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਹੋਏ ਸਨ। ਚੇਲੇ ਭੋਜਨ ਮੁੱਲ ਲਿਆਉਣ ਗਏ ਸੀ ਅਤੇ ਸੁਖਾਰ ਨਾਮਕ ਨਗਰ ਦੀ ਇਸਤਰੀ ਜੋ ਜਲ ਭਰਨ ਲਈ ਯਾਕੂਬ ਦੇ ਖੂਹ ਤੇ ਆਈ। ਵਚਨ 9, ਤਾਂ ਉਸ ਸਾਮਰੀ ਤੀਵੀ ਨੇ ਉਹਨੂੰ ਆਖਿਆ, ਭਲਾ ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀ ਹਾਂ ਪੀਣ ਨੂੰ ਕਿਵੇਂ ਮੰਗਦਾ ਹੈ, ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ। ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ਵਰ ਦੀ ਬਖਸ਼ਿਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਾਈ ਮੈਨੂੰ ਜਲ ਪਿਆ। ਦੂਸਰੇ ਸ਼ਬਦਾਂ ਵਿੱਚ ਜੇਕਰ ਤੂੰ ਜਾਣਦੀ ਕਿ ਮੈਂ ਕੌਣ ਹਾਂ ਤਾਂ ਤੂੰ ਉਸ ਕੋਲੋਂ ਮੰਗਦੀ। ਉਹ ਉਸ ਨੂੰ ਕੀ ਦਿੰਦਾ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ। ਇਹ ਜੀਵਨ ਦਾ ਜਲ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਆਤਮਾ ਅਤੇ ਲਾੜੀ ਸਾਨੂੰ ਅੰਤਮ ਯੁੱਗ ਵਿੱਚ ਕੀ ਦੇਣਗੇ? ਉਹ ਸਾਨੂੰ ਜੀਵਨ ਦਾ ਜਲ ਦੇਣਗੇ ਅਤੇ ਜੀਵਨ ਦਾ ਜਲ ਸਦੀਪਕ ਜਿਉਣ ਤੀਕਰ ਉਛਲਣ ਵਾਲਾ ਸੋਮਾ ਬਣ ਜਾਵੇਗਾ। ਦੂਸਰੇ ਸ਼ਬਦਾਂ ਵਿੱਚ ਉਹ ਸਾਨੂੰ ਸਦੀਪਕ ਜੀਵਨ ਦੇਣਗੇ। ਯੀਸ਼ੂ ਨੇ ਕਿਹਾ, ਜੇਕਰ ਤੂੰ ਜਾਣਦੀ ਹੁੰਦੀ ਕਿ ਮੈਂ ਕੌਣ ਹਾਂ ਤਾਂ ਤੂੰ ਮੇਰੇ ਕੋਲੋਂ ਜੀਵਨ ਦਾ ਜਲ ਮੰਗਦੀ। ਯੀਸ਼ੂ ਦੇ ਨਾਲ ਉਸ ਦੀ ਗੱਲਬਾਤ ਵਿੱਚ ਇਸਤਰੀ ਨੇ ਪੁੱਛਿਆ, ਭਲਾ ਤੂੰ ਸਾਡੇ ਪਿਤਾ ਯਾਕੂਬ ਤੋਂ ਵੱਡਾ ਹੈ? ਵਚਨ 14 ਵਿੱਚ ਯੀਸ਼ੂ ਨੇ ਕਿਹਾ, ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕ ਕਾਲ ਤੇ ਕਦੇ ਤਿਹਾਇਆ ਨਾ ਹੋਵੇਗਾ, ਬਲਕਿ ਉਹ ਜਲ ਜੋ ਮੈਨੂੰ ਦਿਆਂਗਾ ਉਹਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਕਦੋਂ ਤੀਕਰ ਉਛਲਦਾ ਰਹੇਗਾ, ਅਨੰਤ ਜਿਉਣ ਤੀਕਰ ਉਛਲਦਾ ਰਹੇਗਾ। ਜੇ ਤੂੰ ਪਰਮੇਸ਼ਵਰ ਦੀ ਬਖਸ਼ਿਸ਼ ਨੂੰ ਜਾਣਦੀ ਹੈ ਤੇ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਾਈ ਮੈਨੂੰ ਜਲ ਪਿਆ, ਤਾਂ ਤੂੰ ਉਸ ਕੋਲੋਂ ਮੰਗਦੀ ਹੈ ਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ। ਕੀ ਇਸ ਦਾ ਅਰਥ ਇਹ ਨਹੀਂ ਹੈ ਕਿ ਆਤਮਾ ਤੇ ਲਾੜੀ ਹੀ ਉਹ ਹਨ
ਜੋ ਸਾਰੀ ਮਨੁੱਖ ਜਾਤੀ ਨੂੰ ਜੀਵਨ ਦਾ ਜਲ ਦਿੰਦੇ ਹੋਏ ਇਸ ਧਰਤੀ ਉੱਤੇ ਸਦੀਪਕ ਜੀਵਨ ਦੇਣ ਲਈ ਪ੍ਰਗਟ ਹੋਣਗੇ। ਉਹਨਾਂ ਨੇ ਕਿਹਾ, ਜੇਕਰ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਸਦੀਪਕ ਜੀਵਨ ਮੁਕਤ ਲਵੇ। ਉਹ ਇੱਕਮਾਤਰ ਜੋ ਸਾਨੂੰ ਸਦੀਪਕ ਜੀਵਨ ਦੇ ਸਕਦੇ ਹਨ ਪਰਮੇਸ਼ਵਰ ਹਨ। ਪਹਿਲਾ ਤਿਮੋਥੀਅਸ ਅਧਿਆਇ 6 ਵਿੱਚ ਇਸ ਸਪਸ਼ਟ ਰੂਪ ਨਾਲ ਲਿਖਿਆ ਗਿਆ ਹੈ ਕਿ ਅਮਰਤਾ ਸਿਰਫ ਪਰਮੇਸ਼ਵਰ ਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਿਰਫ ਪਰਮੇਸ਼ਵਰ ਕੋਲ ਸਦੀਪਕ ਜੀਵਨ ਹੈ ਅਤੇ ਉਹ ਅੱਗ ਨਾਲ ਭਰਪੂਰ ਜੋਤੀ ਵਿੱਚ ਰਹਿੰਦੇ ਹਨ। ਯਹੂਨਾ ਅਧਿਆਇ 4 ਅਤੇ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਅਸੀਂ ਵੇਖ ਸਕਦੇ ਹਾਂ ਕਿ ਲੋਕ ਪਰਮੇਸ਼ਵਰ ਨੂੰ ਕਿਸੇ ਤੁੱਛ ਦੇ ਰੂਪ ਵਿੱਚ ਮੰਨਦੇ ਹਨ। ਨਤੀਜੇ ਵਜੋਂ ਉਹ ਇਹ ਅਹਿਸਾਸ ਨਾ ਕਰਕੇ ਕਿ ਉਹਨਾਂ ਦੇ ਸਾਹਮਣੇ ਕੌਣ ਹੈ, ਉਹਨਾਂ ਤੋਂ ਸਦੀਪਕ ਜੀਵਨ ਦੇ ਝਰਨੇ ਵਾਂਗੂ ਸੋਤਾ ਨਹੀਂ ਮੰਗਦੇ। ਉਹ ਉਹਨਾਂ ਨੂੰ ਨਹੀਂ ਲੱਭਦੇ। ਅਜਿਹਾ ਕਿਉਂ ਹੈ? ਏਦਾਂ ਇਸ ਲਈ ਹੈ ਕਿਉਂਕਿ ਉਹ ਸਾਡੇ ਵਾਂਗੂ ਹੀ ਸਰੀਰ ਵਿੱਚ ਹੈ, ਸਾਡੇ ਵਾਂਗੂ ਰਹਿੰਦੇ ਹਨ ਅਤੇ ਸਾਡੇ ਵਾਂਗੂ ਹੀ ਦਿਖਦੇ ਹਨ। ਇਹਨਾਂ ਕਾਰਨਾਂ ਦੇ ਕਰਕੇ ਕੋਈ ਵੀ ਇਹ ਨਹੀਂ ਪਹਿਚਾਨਦਾ ਕਿ ਉਹ ਪਰਮੇਸ਼ਵਰ ਹਨ, ਜੋ ਅੱਗ ਨਾਲ ਭਰਪੂਰ ਜੋਤੀ ਵਿੱਚ ਰਹਿੰਦੇ ਹਨ, ਜਿਸ ਨੂੰ ਅਸੀਂ ਦੇਖਣ ਜਾਂ ਇੱਥੋਂ ਤੱਕ ਕਿ ਇਕੱਠੇ ਰਹਿਣ ਦੀ ਹਿੰਮਤ ਵੀ ਨਹੀਂ ਕਰ ਸਕਦੇ। ਯਹੂਨਾ ਦੀ ਕਿਤਾਬ ਵਿੱਚ ਸਾਮਰੀ ਇਸਤਰੀ ਨਾਲ ਯੀਸ਼ੂ ਦੀ ਜੋ ਗੱਲਬਾਤ ਹੋਈ, ਇਸ ਨੂੰ ਸਿਰਫ ਬਾਈਬਲ ਦੇ ਇਤਿਹਾਸ ਦੇ ਰੂਪ ਵਿੱਚ ਦਰਜ ਨਹੀਂ ਕੀਤਾ ਗਿਆ ਹੈ, ਬਲਕਿ ਕਿ ਸਾਨੂੰ ਪਰਮੇਸ਼ਵਰ ਦੀ ਪਹਿਚਾਨ ਕਰਾਉਣ ਲਈ ਇਹ ਸ਼ਬਦ ਨਹੀਂ ਲਿਖੇ ਗਏ। ਜਦੋਂ ਅਸੀਂ ਆਤਮਾ ਤੇ ਲਾੜੀ ਕੋਲ ਜਾਂਦੇ ਹਾਂ, ਫਿਰ ਹੀ ਸਾਡੇ ਕੋਲ ਸਦੀਪਕ ਜੀਵਨ ਹੋ ਸਕਦਾ ਹੈ ਅਤੇ ਸਿਰਫ ਸਾਡੇ ਪਰਮੇਸ਼ਵਰ ਨੇ ਸਾਨੂੰ ਆਤਮਾ ਤੇ ਲਾੜੀ ਕੋਲ ਆਉਣ ਲਈ ਸਿਖਾਇਆ ਹੈ। ਸਾਰੀਆਂ ਸਵਰਗੀ ਸੰਤਾਨਾਂ ਨੂੰ ਹਮੇਸ਼ਾ ਸਵਰਗ ਦੀ ਆਸ ਰੱਖਦੇ ਹੋਏ ਪਿਤਾ ਅਤੇ ਮਾਤਾ ਜੀ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਉਹਨਾਂ ਕੋਲ ਜਾਣਾ ਚਾਹੀਦਾ ਹੈ। ਪਿਤਾ ਅਤੇ ਮਾਤਾ ਜੀ ਦੁਆਰਾ ਸਾਨੂੰ ਸਿਖਾਈਆਂ ਗਈਆਂ ਸੋਹਣੀਆਂ ਉਦਾਹਰਨਾਂ ਅਤੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਸਾਨੂੰ ਵਿਸ਼ਵਾਸ ਦਾ ਕਿਰਪਾਪੂਰਨ ਜੀਵਨ ਜੀਣਾ ਚਾਹੀਦਾ ਹੈ। ਆਓ ਅਸੀਂ ਇਸ ਸੰਸਾਰ ਦਾ ਇੱਕ ਉਦਾਹਰਨ ਦੇਖੀਏ। ਆਪਣੇ ਕਾਰਜਕਾਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਮਸ਼ਹੂਰ ਰਾਸ਼ਟਰਪਤੀ ਨੂੰ ਵੀ ਕੀ ਕਰਨਾ ਚਾਹੀਦਾ ਹੈ? ਉਹਨਾਂ ਨੂੰ ਦਫ਼ਤਰ ਛੱਡ ਦੇਣਾ ਚਾਹੀਦਾ ਹੈ। ਕਿਸੇ ਦੀ ਨੌਕਰੀ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ, ਉਹਨਾਂ ਨੂੰ ਇੱਕ ਨਿਸ਼ਚਿਤ ਉਮਰ ਵਿੱਚ ਪਹੁੰਚਣ ਤੇ ਰਿਟਾਇਰ ਹੋਣਾ ਚਾਹੀਦਾ ਹੈ। ਭਾਵੇਂ ਇੱਕ ਵਿਅਕਤੀ ਨੂੰ ਕੱਲ ਕਈ ਲੋਕਾਂ ਦੁਆਰਾ ਚੰਗੀ ਤਰ੍ਹਾਂ ਸਤਿਕਾਰ ਦਿੱਤਾ ਗਿਆ ਸੀ, ਪਰ ਉਸ ਨੂੰ ਅੱਜ ਇੱਕ ਮਾਮੂਲੀ ਵਿਅਕਤੀ ਵਜੋਂ ਮੰਨਿਆ ਜਾ ਸਕਦਾ ਹੈ। ਇਹ ਇਸ ਧਰਤੀ ਉੱਤੇ ਜੀਵਨ ਦਾ ਕ੍ਰਮ ਹੈ। ਧਰਤੀ ਉੱਤੇ ਚੀਜ਼ਾਂ ਅਸਲ 'ਚ ਅਸਥਾਈ ਹਨ। ਸਭ ਕੁਝ ਥੋੜੇ ਸਮੇਂ ਲਈ ਹੈ, ਕਿਉਂਕਿ ਇਸ ਦੁਨੀਆ ਵਿੱਚ ਜੀਵਨ ਸਮੇਂ ਅਤੇ ਜਗ੍ਹਾ ਵਿੱਚ ਸੀਮਿਤ ਹੈ। ਫਿਰ ਸਾਨੂੰ ਚੀਜ਼ਾਂ ਨੂੰ ਉਹਨਾਂ ਦਾ ਸਮਾਂ ਸਮਾਪਤ ਹੋਣ ਤੇ ਜਾਣ ਦੇਣਾ ਚਾਹੀਦਾ ਹੈ। ਹਾਲਾਂਕਿ ਅਸੀਂ ਸਵਰਗ ਵਿੱਚ ਜਾਣ ਲਈ ਨਿਯੁਕਤ ਹਾਂ, ਜਿੱਥੇ ਕੁਝ ਵੀ ਦਰਦ ਨਹੀਂ ਹੈ। ਇੱਥੇ ਧਰਤੀ ਉੱਤੇ ਲੋਕ ਦਰਦ, ਦੁੱਖ, ਇਕੱਲੇਪਨ, ਉਦਾਸੀ ਅਤੇ ਮੌਤ ਦਾ ਅਨੁਭਵ ਕਰਦੇ ਹਨ। ਕਿ ਪਰਮੇਸ਼ਵਰ ਇਹਨਾਂ ਸਾਰਿਆਂ ਸੰਸਾਰਿਕ ਕਸ਼ਟਾਂ ਨੂੰ ਸਾਡੇ ਤੋਂ ਦੂਰ ਕਰਨ ਲਈ ਸਵਰਗ ਦੀ ਵਡਿਆਈ ਨੂੰ ਪਿੱਛੇ ਛੱਡ ਕੇ ਇਸ ਧਰਤੀ ਉੱਤੇ ਨਹੀਂ ਆਏ। ਪਰਮੇਸ਼ਵਰ ਨੇ ਸਾਡੇ ਪਾਪਾਂ ਕਰਕੇ ਸਲੀਬ ਉੱਤੇ ਆਪਣਾ ਲਹੂ ਵਹਾਇਆ। ਜਦੋਂ ਅਸੀਂ ਉਹਨਾਂ ਦੇ ਬਲੀਦਾਨ ਬਾਰੇ ਸੋਚਦੇ ਹਾਂ ਤਾਂ ਸਾਨੂੰ ਸਵਰਗੀ ਪਿਤਾ ਅਤੇ ਮਾਤਾ ਜੀ ਦੇ ਮਹਾਨ ਬਲੀਦਾਨ ਨੂੰ ਮੂਰਖਤਾ ਨਾਲ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਵਰਤਮਾਨ ਸਮੇਂ ਵਿੱਚ ਕੋਰੋਨਾ ਵਾਇਰਸ ਕਰਕੇ ਤੁਸੀਂ ਚਰਚ ਵਿੱਚ ਆਜ਼ਾਦੀ ਨਾਲ ਨਹੀਂ ਆ ਸਕਦੇ ਅਤੇ ਹੁਣ ਲਗਭਗ 6 ਮਹੀਨੇ ਤੋਂ ਵਿਅਕਤੀਗਤ ਆਰਾਧਨਾ ਮਨਾ ਰਹੇ ਹੋ। ਕੁਝ ਲੋਕ ਕਹਿੰਦੇ ਹਨ, ਮੈਨੂੰ ਲੱਗਦਾ ਹੈ ਕਿ ਮੇਰਾ ਵਿਸ਼ਵਾਸ ਠੰਡਾ ਪੈ ਰਿਹਾ ਹੈ ਕਿਉਂਕਿ ਮੈਂ ਚਰਚ ਨਹੀਂ ਜਾ ਰਿਹਾ। ਭਰਾਵੋ ਅਤੇ ਭੈਣੋ, ਅਸੀਂ ਸਵਰਗ ਦੇ ਰਾਜ ਵਿੱਚ ਵਾਪਸ ਜਾਣਾ ਹੈ। ਅਸੀਂ ਕਹਿੰਦੇ ਹਾਂ ਜਦੋਂ ਅਸੀਂ ਚਰਚ ਜਾਂਦੇ ਹਾਂ ਤਦ ਸਾਡਾ ਵਿਸ਼ਵਾਸ ਚੰਗਾ ਹੁੰਦਾ ਹੈ ਅਤੇ ਜਦੋਂ ਅਸੀਂ ਚਰਚ ਨਹੀਂ ਜਾਂਦੇ ਤਦ ਸਾਡਾ ਵਿਸ਼ਵਾਸ ਠੰਡਾ ਹੋ ਜਾਂਦਾ ਹੈ। ਕਿ ਸਾਨੂੰ ਇਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ। ਇਹ ਦਰਅਸਲ ਦਿਲ ਤੋੜਨ ਵਾਲੀ ਗੱਲ ਹੈ। ਭਾਵੇਂ ਅਸੀਂ ਚਰਚ ਵਿੱਚ ਆਈਏ ਜਾਂ ਨਾ ਆਈਏ, ਸਾਨੂੰ ਹਮੇਸ਼ਾ ਪਰਮੇਸ਼ਰ ਨਾਲ ਚੱਲਣਾ ਚਾਹੀਦਾ ਹੈ। ਸਿਰਫ ਜਦੋਂ ਪਰਮੇਸ਼ਰ ਸਾਨੂੰ ਫੜੀ ਰੱਖਦੇ ਹਨ ਉਦੋਂ ਅਸੀਂ ਸਵਰਗ ਵਾਪਸ ਜਾ ਸਕਦੇ ਹਾਂ। ਕਿ ਇਹ ਸੱਚ ਨਹੀਂ ਹੈ? ਪ੍ਰਕਾਸ਼ ਦੀ ਪੋਥੀ ਅਧਿਆਇ 22 ਅਤੇ ਯਹੂਨਾ ਅਧਿਆਇ 4 ਦੇ ਜੋੜੇ ਵਚਨਾਂ ਦੇ ਦੁਆਰਾ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਜੀਵਨ ਦੇ ਜਲ ਵਿੱਚ ਸਾਨੂੰ ਸਦੀਪਕ ਜੀਵਨ ਦੇਣ ਦੀ ਪਰਮੇਸ਼ਵਰ ਦੀ ਮਰਜ਼ੀ ਅਤੇ ਯੋਜਨਾ ਹੈ। ਯੀਸ਼ੂ ਨੇ ਕਿਹਾ, ਜੇ ਤੂੰ ਜਾਣਦੀ ਕਿ ਮੈਂ ਕੌਣ ਹਾਂ ਤੇ ਤੂੰ ਮੇਰੇ ਤੋਂ ਜੀਵਨ ਦਾ ਜਲ ਮੰਗਦੀ। ਇਸ ਦਾ ਮਤਲਬ ਹੈ ਕਿ ਉਹ ਉਸ ਤੋਂ ਸਦੀਪਕ ਜੀਵਨ ਮੰਗਦੀ। ਕਿਉਂਕਿ ਉਹ ਨਹੀਂ ਜਾਣਦੀ ਸੀ ਕਿ ਉਹ ਕੌਣ ਹੈ, ਇਸ ਲਈ ਉਸਨੇ ਇਹ ਨਹੀਂ ਮੰਗਿਆ। ਬਹੁਤ ਸਾਰੇ ਭੈਣ ਭਰਾ ਲੋਕਾਂ ਦੇ ਨਾਲ ਇਹ ਕਹਿੰਦੇ ਹੋਏ ਚੰਗੇ ਸੰਦੇਸ਼ਾਂ ਨੂੰ ਸਾਂਝਾ ਕਰ ਰਹੇ ਹਨ, ਪਰਮੇਸ਼ਵਰ ਉੱਤੇ ਭਰੋਸਾ ਕਰੋ ਅਤੇ ਸਵਰਗ ਵਿੱਚ ਜਾਓ। ਪਰ ਬਹੁਤ ਸਾਰੇ ਲੋਕ ਬਿਨਾਂ ਇਹ ਸਮਝੇ ਕਿ ਉਹ ਪਰਮੇਸ਼ਵਰ ਸੀ ਜਿਨ੍ਹਾਂ ਨੇ ਉਸ ਨੂੰ ਭੇਜਿਆ ਸੀ,
ਉਹ ਇਸ ਸੁਨੇਹੇ ਦਾ ਇਨਕਾਰ ਕਰ ਰਹੇ ਹਨ। ਉਹ ਆਤਮਿਕ ਸੰਸਾਰ ਨੂੰ ਵੇਖੇ ਬਿਨਾਂ ਸਿਰਫ ਇਸ ਧਰਤੀ ਤੇ ਧਿਆਨ ਕਰ ਰਹੇ ਹਨ। ਇਸ ਲਈ ਉਹ ਬੇਵਸ ਹੋ ਕੇ ਸੋਚਦੇ ਹਨ ਕਿ ਇਹ ਭੋਜਨ ਮੇਰੀ ਸਿਹਤ ਲਈ ਵਧੀਆ ਹੋਵੇਗਾ। ਜੇ ਮੈਂ ਉਹ ਉਤਪਾਦ ਨੂੰ ਆਪਣੀ ਚਮੜੀ ਤੇ ਲਗਾਉਂਦਾ ਹਾਂ ਤਾਂ ਕਿ ਮੇਰੀ ਚਮੜੀ ਠੀਕ ਹੋ ਜਾਵੇਗੀ। ਮੈਨੂੰ ਕਿਹੜੇ ਬ੍ਰਾਂਡ ਦਾ ਪਾਣੀ ਪੀਣਾ ਚਾਹੀਦਾ ਹੈ? ਆਓ ਅਸੀਂ ਉਸ ਦੀ ਬਜਾਏ ਉਹਨਾਂ ਨੂੰ ਜੀਵਨ ਦੇ ਜਲ ਲੱਭਣ ਲਈ ਕਹੀਏ। ਸਾਡੇ ਭਵਿੱਖ ਨੂੰ ਚਮਕਦਾਰ ਅਤੇ ਵਧੀਆ ਬਣਾਉਣ ਲਈ ਪਰਮੇਸ਼ਵਰ ਦੀ ਸ਼ਾਨਦਾਰ ਯੋਜਨਾ ਜੀਵਨ ਦੇ ਜਲ ਵਿੱਚ ਛਿਪੀ ਹੋਈ ਹੈ। ਲੋਕ ਉਸ ਆਤਮਿਕ ਸੰਸਾਰ ਨੂੰ ਨਜ਼ਰਅੰਦਾਜ਼ ਕਰਦੇ ਹਨ ਜੋ ਪਰਮੇਸ਼ਵਰ ਨੇ ਉਹਨਾਂ ਲਈ ਤਿਆਰ ਕੀਤਾ ਹੈ, ਅਤੇ ਜੇ ਉਹਨਾਂ ਕੋਲ ਕੁਝ ਪੈਸਾ ਬਚਿਆ ਹੈ ਤਾਂ ਉਹ ਸਿਰਫ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਹ ਕਾਫੀ ਨਾ ਹੋਣ ਤੇ ਚਿੰਤਤ ਮਹਿਸੂਸ ਕਰਦੇ ਹਨ। ਪਰਮੇਸ਼ਵਰ ਆਕਾਸ਼ ਦੇ ਪੰਛੀਆਂ ਨੂੰ ਵੀ ਖਵਾਉਂਦੇ ਹਨ ਅਤੇ ਤੁਸੀਂ ਇਹਨਾਂ ਛੋਟੇ ਜਾਨਵਰਾਂ ਨਾਲੋਂ ਵਧੇਰੇ ਕੀਮਤੀ ਹੋ, ਤਾਂ ਫਿਰ ਤੁਸੀਂ ਕਿਉਂ ਚਿੰਤਿਤ ਹੋ? ਸਾਨੂੰ ਸੋਚਣਾ ਚਾਹੀਦਾ ਹੈ ਅੱਜ ਕਿ ਮੈਂ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਇੱਕ ਨੇਕ ਜ਼ਿੰਦਗੀ ਗੁਜ਼ਾਰੀ, ਕਿ ਮੈਂ ਆਸ਼ੀਸ਼ਾਂ ਅਤੇ ਪੁਰਸਕਾਰਾਂ ਦੀ ਕਮਾਈ ਕਰ ਰਿਹਾ ਜੋ ਮੈਨੂੰ ਸਵਰਗ ਜਾਣ ਦੇ ਲਈ ਮਿਲ ਸਕਦੇ ਹਨ। ਸਾਨੂੰ ਇਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ ਜੋ ਆਪਣੇ ਆਪ ਨੂੰ ਅਜਿਹੇ ਪ੍ਰਸ਼ਨ ਪੁੱਛ ਸਕਦੇ ਹਨ। ਆਓ ਅਸੀਂ ਯਹੋਨਾ ਅਧਿਆਇ 3 ਵਚਨ 31 ਨੂੰ ਵੇਖੀਏ। ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ, ਜਿਹੜਾ ਧਰਤੀਓਂ ਹੁੰਦਾ ਹੈ ਉਹ ਧਰਤੀ ਹੀ ਦਾ ਹੈ ਅਤੇ ਧਰਤੀ ਦੀ ਬੋਲਦਾ ਹੈ। ਜਿਹੜਾ ਸੁਰਗੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ਜੋ ਕੁਝ ਉਹਨੇ ਵੇਖਿਆ ਤੇ ਸੁਣਿਆ ਹੈ ਉਹ ਉਸ ਦੀ ਸਾਖੀ ਦਿੰਦਾ ਹੈ ਅਤੇ ਉਹਦੀ ਸਾਖੀ ਕੋਈ ਨਹੀਂ ਮੰਨਦਾ। ਜੋ ਸਵਰਗ ਵਿੱਚ ਯੀਸ਼ੂ ਨੇ ਵੇਖਿਆ ਤੇ ਸੁਣਿਆ ਉਸ ਬਾਰੇ ਵਿਆਖਿਆ ਕੀਤੀ ਅਤੇ ਗਵਾਹੀ ਦਿੱਤੀ। ਇਹ ਪਰਮੇਸ਼ਵਰ ਦੀ ਮਰਜ਼ੀ ਹੈ ਕਿ ਆਤਮਾ ਅਤੇ ਲਾੜੀ ਧਰਤੀ ਤੇ ਆਉਣ, ਸਾਰੀ ਮਨੁੱਖ ਜਾਤੀ ਨੂੰ ਬੁਲਾਉਣ ਅਤੇ ਉਹਨਾਂ ਸਾਰਿਆਂ ਨੂੰ ਸਵਰਗ ਲੈ ਕੇ ਜਾਣ। ਭਾਵੇਂ ਉਹਨਾਂ ਨੇ ਜੋ ਦੇਖਿਆ ਅਤੇ ਸੁਣਿਆ ਸੀ ਉਸ ਦੀ ਗਵਾਹੀ ਦਿੱਤੀ, ਪਰ ਕਿਸੇ ਨੇ ਵੀ ਉਸ ਦੀ ਗਵਾਹੀ ਨਹੀਂ ਮੰਨੀ। ਜਿਸ ਨੇ ਉਹਦੀ ਸਾਖੀ ਮੰਨ ਲਈ ਉਸਨੇ ਮੋਹਰ ਕੀਤੀ ਹੈ ਜੋ ਪਰਮੇਸ਼ਵਰ ਸੱਚ ਹੈ, ਜਿਹਨੂੰ ਪਰਮੇਸ਼ਵਰ ਨੇ ਭੇਜਿਆ ਹੈ ਸੋ ਪਰਮੇਸ਼ਵਰ ਦੀਆਂ ਗੱਲਾਂ ਬੋਲਦਾ ਹੈ। ਇਸ ਲਈ ਜੋ ਆਤਮਾ ਮਿਣ ਕੇ ਨਹੀਂ ਦਿੰਦਾ। ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਸਭ ਕੁਝ ਉਹਦੇ ਹੱਥ ਸੌਂਪ ਦਿੱਤਾ ਹੈ। ਜਿਹੜਾ ਪੁੱਤਰ ਉੱਤੇ ਨੇਚਾ ਕਰਦਾ ਹੈ ਕੀ ਉਸਦਾ ਹੈ? ਸਦੀਪਕ ਜਿਉਣ ਉਸਦਾ ਹੈ। ਪਰ ਜੇ ਪੁੱਤਰ ਨੂੰ ਨਹੀਂ ਮੰਨਦਾ ਸੋ ਜਿਉਣ ਨਾ ਵੇਖੇਗਾ, ਸਗੋਂ ਪਰਮੇਸ਼ਵਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ। ਕਿ ਪੁੱਤਰ ਯੀਸ਼ੂ ਮਸੀਹ ਨਹੀਂ ਹੈ। ਪ੍ਰਤੀਕ ਤੌਰ ਤੇ ਲੇਲਾ ਯੀਸ਼ੂ ਨੂੰ ਦਰਸਾਉਂਦਾ ਹੈ। ਪਰਮੇਸ਼ਵਰ ਨੇ ਕਿਹਾ ਜਿਹੜਾ ਲੇਲੇ ਤੇ ਵਿਸ਼ਵਾਸ ਕਰਦਾ ਹੈ ਸਦੀਪਕ ਜਿਉਣ ਉਸਦਾ ਹੈ, ਪਰ ਜਿਹੜਾ ਪੁੱਤਰ ਦੀ ਨਹੀਂ ਸੁਣਦਾ ਉਹ ਜਿਉਣ ਨੂੰ ਨਹੀਂ ਵੇਖੇਗਾ। ਜਦਕਿ ਇਸ ਧਰਤੀ ਤੇ ਲੋਕ ਧਰਤੀ ਤੇ ਆਪਣੀਆਂ ਨਜ਼ਰਾਂ ਟਿਕਾਉਂਦੇ ਹਨ, ਫਿਰ ਸਵਰਗ ਦੇ ਲੋਕਾਂ ਨੂੰ ਸਵਰਗ ਤੇ ਆਪਣੀਆਂ ਅੱਖਾਂ ਟਿਕਾਉਣੀਆਂ ਚਾਹੀਦੀਆਂ ਹਨ। ਸਾਨੂੰ ਹਮੇਸ਼ਾ ਸਵਰਗ ਵੱਲ ਵੇਖਣਾ ਚਾਹੀਦਾ ਹੈ। ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉੱਚ ਜਾਂ ਨੀਵੇਂ ਸਮਾਜਿਕ ਰੁਤਬੇ ਵਿੱਚ ਇੱਕ ਵੱਡਾ ਅੰਤਰ ਹੈ, ਜਾਂ ਫਿਰ ਆਰਥਿਕ ਰੂਪ ਨਾਲ ਤੁਹਾਡੇ ਕੋਲ ਦੂਸਰੇ ਦੀ ਤੁਲਨਾ ਵਿੱਚ ਥੋੜਾ ਜ਼ਿਆਦਾ ਜਾਂ ਘੱਟ ਹੈ। ਜੋ ਅਮੀਰ ਅਤੇ ਮਸ਼ਹੂਰ ਹੁੰਦੇ ਸੀ ਉਹ ਸਾਰੇ ਲੰਘ ਗਏ ਹਨ। ਕੀ ਇਹ ਸੱਚ ਨਹੀਂ ਹੈ? ਤੁਹਾਨੂੰ ਕੀ ਲੱਗਦਾ ਹੈ ਉਹ ਇਸ ਧਰਤੀ ਤੇ ਸਫਲ ਹੋਣ ਤੇ ਜ਼ਰੂਰ ਖੁਸ਼ ਹੋਏ ਹੋਣਗੇ? ਬਿਲਕੁਲ ਨਹੀਂ। ਖੁਸ਼ੀ ਸਿਰਫ ਸਵਰਗ ਵਿੱਚ ਮਿਲਦੀ ਹੈ। ਪਰਮੇਸ਼ਵਰ ਨੇ ਸਵਰਗ ਵਿੱਚ ਸਭ ਕੁਝ ਤਿਆਰ ਕੀਤਾ ਹੈ। ਤੁਸੀਂ ਸੱਚਮੁੱਚ ਇਸ ਧਰਤੀ ਦੀਆਂ ਚੀਜ਼ਾਂ ਨੂੰ ਨਹੀਂ ਫੜ ਸਕਦੇ। ਉਹ ਸਿਰਫ ਇੱਕ ਮਿਰਜ਼ ਹੈ। ਇਸ ਲਈ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਸਮਾਂ ਵਿਅਰਥ ਹੈ। ਪਰ ਪਰਮੇਸ਼ਵਰ ਨੇ ਸਾਨੂੰ ਇਹ ਦੱਸਦੇ ਹੋਏ ਸਾਡੀ ਸੱਚੀ ਜ਼ਿੰਦਗੀ ਲਈ ਜਾਗਰੂਕ ਕੀਤਾ। ਆਤਮਾ ਅਤੇ ਲਾੜੀ ਰਾਹ ਅਤੇ ਸੱਚਾਈ ਹਨ। 2000 ਸਾਲ ਪਹਿਲਾਂ ਯੀਸ਼ੂ ਨੇ ਕਿਹਾ ਸੀ, ਮੈਂ ਰਾਹ, ਸੱਚਾਈ ਅਤੇ ਜੀਵਨ ਹਾਂ, ਫਿਰ ਮੇਰੇ ਕੋਲ ਆਓ। ਪਰ ਕੋਈ ਵੀ ਉਹਨਾਂ ਕੋਲ ਨਹੀਂ ਗਿਆ। ਆਓ ਅਸੀਂ ਯਹੋਨਾ ਦੇ 5ਵੇਂ ਅਧਿਆਇ ਵਿੱਚ ਇਸ ਉਦਾਸੀ ਨਾਲ ਭਰੀ ਗੱਲ ਦੀ ਪੁਸ਼ਟੀ ਕਰੀਏ। ਆਓ ਅਸੀਂ ਅਧਿਆਇ 5 ਵਚਨ 39 ਪੜ੍ਹੀਏ। ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਾਈ ਇਹਨਾਂ ਵਿੱਚ ਸਾਨੂੰ ਸਦੀਪਕ ਜਿਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਇਹੋ ਹਨ। ਫਿਰ ਵੀ ਉਹ ਕੀ ਕਰਦੇ ਹਨ? ਤੁਸੀਂ ਜਿਉਣ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ। ਕਿ ਇਹ ਦਿਲ ਤੋੜਨ ਵਾਲਾ ਅਤੇ ਦੁਖਦਾਈ ਨਹੀਂ ਹੈ? ਸਾਰੀ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਆਤਮਾ ਤੇ ਲਾੜੀ ਕੋਲ ਆਉਣਾ ਚਾਹੀਦਾ ਹੈ। ਸਾਰੇ ਲੋਕੋ ਜਦੋਂ ਵੀ ਇਸ ਧਰਤੀ ਤੇ ਇੱਕ ਸਾਲ ਲੰਘਦਾ ਹੈ ਤਦ ਲੋਕ ਇਸ ਗੱਲ ਤੋਂ ਦੁਖੀ ਹੋਣ ਲੱਗ ਜਾਂਦੇ ਹਨ ਕਿ ਉਹ ਬੁੱਢੇ ਹੋ ਰਹੇ ਹਨ। ਜੇ ਸਵਰਗ ਦਾ ਰਾਜ ਮੌਜੂਦ ਨਾ ਹੁੰਦਾ ਤਾਂ ਇਹ ਸੱਚਮੁੱਚ ਦੁਖਦਾਈ ਹੋਵੇਗਾ। ਮੈਂ ਮੰਨਦਾ ਹਾਂ, ਪਰ ਕੀ ਸਾਡੇ ਕੋਲ ਸਵਰਗ ਦਾ ਰਾਜ ਨਹੀਂ ਹੈ?
ਸਾਨੂੰ ਸਿਰਫ ਇਸ ਹਕੀਕਤ ਦੀਆਂ ਮੁਸ਼ਕਲਾਂ ਉੱਤੇ ਧਿਆਨ ਕਰਨ ਦੀ ਬਜਾਏ ਸੋਚਣਾ ਚਾਹੀਦਾ ਹੈ ਸਵਰਗ ਦਾ ਰਾਜ ਸਾਡੀ ਉਡੀਕ ਕਰ ਰਿਹਾ ਹੈ। ਇਸ ਵਰਤਮਾਨ ਜ਼ਿੰਦਗੀ ਤੋਂ ਉਲਟ ਉਹ ਜਗ੍ਹਾ ਜਿਸ ਤੇ ਮੈਂ ਜਾ ਰਿਹਾ ਹਾਂ, ਇੱਥੇ ਕੋਈ ਦੁੱਖ, ਤਕਲੀਫ ਜਾਂ ਦਰਦ ਨਹੀਂ ਹੈ। ਉੱਥੇ ਮੈਂ ਮੌਤ ਬਾਰੇ ਚਿੰਤਿਤ ਨਹੀਂ ਹੋਵਾਂਗਾ। ਭਰਾਵੋ ਅਤੇ ਭੈਣੋ, ਸਾਨੂੰ ਸਵਰਗ ਦੇ ਰਾਜ ਬਾਰੇ ਕਦੇ ਨਹੀਂ ਭੁੱਲਣਾ ਚਾਹੀਦਾ। ਸਵਰਗ ਦੇ ਰਾਜ ਨੂੰ ਕਦੇ ਨਾ ਭੁੱਲੋ ਅਤੇ ਪਰਮੇਸ਼ਵਰ ਨੂੰ ਕਦੇ ਨਾ ਭੁੱਲੋ, ਕਿਉਂਕਿ ਆਤਮਾ ਅਤੇ ਲਾੜੀ ਸਾਡੇ ਲਈ ਰਾਹ ਹਨ। ਸਾਨੂੰ ਸਦੀਪਕ ਜੀਵਨ ਦੇ ਉਸ ਰਾਹ ਤੇ ਚੱਲਣਾ ਚਾਹੀਦਾ ਹੈ ਜਿਸ ਤੇ ਪਿਤਾ ਅਤੇ ਮਾਤਾ ਚੱਲੇ ਹਨ ਅਤੇ ਅੰਤ ਤੱਕ ਉਹਨਾਂ ਦਾ ਪਾਲਨ ਕਰਨਾ ਚਾਹੀਦਾ ਹੈ। ਆਓ ਅਸੀਂ ਯਹੂਨਾ ਅਧਿਆਇ 6 ਆਇਤ 54 ਦੇ ਨਾਲ ਜਾਰੀ ਰੱਖੀਏ। ਆਓ ਅਸੀਂ ਅਧਿਆਇ 6 ਵਚਨ 54 ਪੜ੍ਹੀਏ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਕੀ ਉਸੇ ਦਾ ਹੈ? ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਜੋ ਕੋਈ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਉਸਨੂੰ ਉਹਨਾਂ ਸਾਰੇ ਲੋਕਾਂ ਨੂੰ ਅੰਤ ਦੇ ਦਿਨ ਫਿਰ ਜਿਉਂਦਾ ਉਠਾਵਾਂਗਾ। ਪਰਮੇਸ਼ਵਰ ਇਹ ਵਾਅਦਾ ਕਰਦੇ ਹਨ। ਪਰਮੇਸ਼ਵਰ ਨੇ ਆਪਣੇ ਪਹਿਲੀ ਵਾਰ ਆਉਣ ਤੇ ਉਹਨਾਂ ਲੋਕਾਂ ਨੂੰ ਸਦੀਪਕ ਜੀਵਨ ਦਾ ਵਾਅਦਾ ਕੀਤਾ ਜਿਨ੍ਹਾਂ ਨੇ ਯੀਸ਼ੂ ਦੇ ਮਾਸ ਅਤੇ ਲਹੂ ਨੂੰ ਖਾਧਾ ਅਤੇ ਪੀਤਾ। ਉਸੇ ਤਰ੍ਹਾਂ ਉਹਨਾਂ ਦੇ ਦੂਜੀ ਵਾਰੀ ਆਉਣ ਤੇ ਉਹ ਲੋਕ ਕੌਣ ਹਨ ਜਿਨ੍ਹਾਂ ਨੂੰ ਜਿੰਦਾ ਉਠਾਇਆ ਜਾਵੇਗਾ? ਕੀ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਸਦੀਪਕ ਜੀਵਨ ਦਾ ਵਾਅਦਾ ਨਹੀਂ ਕਰਦੇ ਜੋ ਮਨੁੱਖ ਦੇ ਪੁੱਤਰ ਦਾ ਮਾਸ ਅਤੇ ਲਹੂ ਖਾਂਦੇ ਅਤੇ ਪੀਂਦੇ ਹਨ? ਜਿਸ ਦਾ ਮਤਲਬ ਹੈ ਜਿਨ੍ਹਾਂ ਕੋਲ ਆਤਮਾ ਤੇ ਲਾੜੀ ਤੇ ਸੱਚਾ ਵਿਸ਼ਵਾਸ ਹੈ। ਇਸ ਕਰਕੇ ਪਰਮੇਸ਼ਵਰ ਨੇ ਪਸਾਂ ਨੂੰ ਇੱਕ ਨਿਯਮ ਦੇ ਤੌਰ ਤੇ ਨਿਯੁਕਤ ਕੀਤਾ। ਤੁਸੀਂ ਮੱਤੀ ਦੇ 26ਵੇਂ ਅਧਿਆਇ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਪਰ ਆਓ ਅਸੀਂ ਇਸ ਦੀ ਪੁਸ਼ਟੀ ਕਰਨ ਲਈ ਇਸ ਨੂੰ ਦੁਬਾਰਾ ਦੇਖੀਏ। ਆਓ ਅਸੀਂ ਆਇਤ 17 ਨੂੰ ਵੇਖੀਏ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਾਈ ਗੁਰੂ ਆਖਦਾ ਹੈ ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾ ਤਿਆਰ ਕੀਤੀ। ਆਓ ਅਸੀਂ ਆਇਤ 26 ਪੜ੍ਹੀਏ। ਜਦੋਂ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋਕ ਖਾਓ, ਇਹ ਕੀ ਹੈ? ਮੇਰਾ ਸਰੀਰ ਹੈ, ਮਤਲਬ ਮੇਰਾ ਮਾਸ ਹੈ। ਆਓ ਅਸੀਂ ਆਇਤ 27 ਦੇਖੀਏ। ਫਿਰ ਉਹਨੇ ਪਿਆਲਾ, ਇਸ ਵਿੱਚ ਪਸਾ ਦਾ ਦਾਖਰਸ ਸੀ, ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਪਸਾ ਦਾ ਦਾਖਰਸ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਇਸ ਤਰ੍ਹਾਂ ਪਰਮੇਸ਼ਵਰ ਨੇ ਪਸਾ ਦੇ ਸੱਚ ਨੂੰ ਨੇਮ ਦੇ ਰੂਪ ਵਿੱਚ ਸਥਾਪਿਤ ਕੀਤਾ, ਜਿਸ ਦੇ ਦੁਆਰਾ ਅਸੀਂ ਮਸੀਹ ਦੇ ਮਾਸ ਅਤੇ ਲਹੂ ਨੂੰ ਖਾ ਅਤੇ ਪੀ ਸਕਦੇ ਹਾਂ। ਲੂਕਾ ਅਧਿਆਇ 22 ਵਿੱਚ ਇਸ ਨੇਮ ਨੂੰ ਕੀ ਕਿਹਾ ਗਿਆ ਹੈ? ਇਸ ਨੂੰ ਨਵਾਂ ਨੇਮ ਕਿਹਾ ਗਿਆ ਹੈ। ਪਰਮੇਸ਼ਵਰ ਨੇ ਵਾਅਦਾ ਕੀਤਾ, ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਤੁਹਾਡੇ ਵਿੱਚ ਹੋਵਾਂਗਾ ਅਤੇ ਤੁਸੀਂ ਮੇਰੇ ਵਿੱਚ ਹੋਵੋਗੇ। ਜਿਸ ਸਮਾਰੋਹ ਵਿੱਚ ਅਸੀਂ ਰੋਟੀ ਖਾਂਦੇ ਹਾਂ ਅਤੇ ਦਾਖਰਸ ਪੀਂਦੇ ਹਾਂ, ਉਹ ਸੱਚਮੁੱਚ ਮਹੱਤਵਪੂਰਨ ਹੈ। ਕੀ ਕਾਰਨ ਹੈ ਕਿ ਸਾਨੂੰ ਨਵਾਂ ਨੇਮ ਅਤੇ ਉਸ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ? ਆਓ ਅਸੀਂ ਗਲਾਤੀਆਂ ਅਧਿਆਇ 3 ਉੱਤੇ ਜਾਈਏ। ਆਇਤ 23। ਪਰ ਨੇਚਾ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਨੇਚਾ ਦੇ ਲਈ ਜਿਹੜੀ ਪ੍ਰਗਟ ਹੋਣੀ ਸੀ ਸ਼ਰ੍ਹਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸਾਂ। ਸੋ ਸ਼ਰ੍ਹਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ, ਭਾਈ ਅਸੀਂ ਨੇਚਾ ਨਾਲ ਧਰਮੀ ਠਹਿਰਾਏ ਜਾਈਏ। ਇਸ ਲਈ ਸ਼ਰ੍ਹਾ ਕਿਸ ਤੱਕ? ਮਸੀਹ ਤੱਕ ਪਹੁੰਚਾਉਣ ਦੇ ਲਈ ਸਾਡੀ ਸਿੱਖਿਅਤ ਹੋਈ ਹੈ। ਉਹ ਮਸੀਹ ਤੱਕ ਪਹੁੰਚਣ ਲਈ ਸਾਡੀ ਸਿੱਖਿਅਤ ਹੋਈ ਹੈ। ਜੇ ਅਸੀਂ ਸਬਤ ਅਤੇ ਪਸਾਂ ਨੂੰ ਜਾਣਦੇ ਹਾਂ ਅਤੇ ਉਹਨਾਂ ਨੂੰ ਸਹੀ ਤਰ੍ਹਾਂ ਮਨਾਉਂਦੇ ਹਾਂ, ਫਿਰ ਅਸੀਂ ਮਹਿਸੂਸ ਕਰਾਂਗੇ ਕਿ ਪੁਰਾਣੇ ਨੇਮ ਦੇ ਸਾਰੇ ਨਿਯਮ ਅਤੇ ਹੁਕਮ ਸਾਨੂੰ ਮਸੀਹ ਵਿੱਚ ਲਿਆਉਣ ਲਈ ਮੌਜੂਦਗੀ 'ਚ ਸੀ। ਇਹਨਾਂ ਦਿਨਾਂ ਵਿੱਚ ਨਵੇਂ ਨੇਮ ਦੀ ਭੂਮਿਕਾ ਕੀ ਹੈ? ਜਿਸ ਤਰ੍ਹਾਂ ਪੁਰਾਣੇ ਨੇਮ ਦਾ ਤਰੀਕਾ ਸਾਨੂੰ ਮਸੀਹ ਵੱਲ ਲੈ ਗਿਆ ਅਤੇ ਉਹਨਾਂ ਤੱਕ ਪਹੁੰਚਣ ਲਈ ਅਤੇ ਸਾਡੀ ਸਿੱਖਿਅਤ ਹੈ, ਉਸੇ ਤਰ੍ਹਾਂ ਅੱਜ ਉਹ ਕੀ ਹੈ ਜੋ ਪਰਮੇਸ਼ਵਰ ਸਾਨੂੰ ਨਵੇਂ ਨੇਮ ਦੇ ਹੁਕਮਾਂ ਦੁਆਰਾ ਪਤਾ ਕਰਾਉਣਾ ਚਾਹੁੰਦੇ ਹਨ? ਕੀ ਪਰਮੇਸ਼ਵਰ ਨੇ ਗਲਾਤੀਆਂ ਅਧਿਆਇ 3 ਵਚਨ 23 ਵਿੱਚ ਸਾਨੂੰ ਸੰਕੇਤ ਨਹੀਂ ਦਿੱਤਾ ਹੈ? ਸ਼ਰ੍ਹਾ ਮਸੀਹ ਤੱਕ ਲਿਆਉਣ ਲਈ ਸਾਡੀ ਸਿੱਖਿਅਤ ਹੋਈ ਹੈ ਕਿ ਅਸੀਂ ਉਹਨਾਂ ਨੂੰ ਪਹਿਚਾਨ ਸਕੀਏ। ਦੂਜੇ ਸ਼ਬਦਾਂ ਵਿੱਚ ਜਦੋਂ ਅਸੀਂ ਸ਼ਰ੍ਹਾ ਨੂੰ ਵੇਖਦੇ ਹਾਂ,
ਸੋ ਅਸੀਂ ਸਮਝ ਸਕਦੇ ਹਾਂ ਮਸੀਹ ਯਕੀਨੀ ਤੌਰ ਤੇ ਸਾਡੇ ਪਰਮੇਸ਼ਵਰ ਹਨ ਜੋ ਧਰਤੀ ਉੱਤੇ ਆਉਣਗੇ। ਫਿਰ ਪਰਮੇਸ਼ਵਰ ਸਾਨੂੰ ਨਵੇਂ ਨੇਮ ਦੀ ਵਿਵਸਥਾ ਦੁਆਰਾ ਕਿਸ ਦੇ ਬਾਰੇ ਦੱਸਣਾ ਚਾਹੁੰਦੇ ਹਨ? ਉਹਨਾਂ ਦੀ ਵਿਵਸਥਾ ਵਿੱਚ ਪਰਮੇਸ਼ਵਰ ਦੀ ਲੁਕੀ ਇੱਛਾ ਕੀ ਹੈ? ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਨਾ? ਆਓ ਅਸੀਂ ਗਲਾਤੀਆਂ ਅਧਿਆਇ 4 ਵਚਨ 22 ਦੇਖੀਏ। ਕਿਉਂ ਜੋ ਇਹ ਲਿਖਿਆ ਹੋਇਆ ਹੈ, ਜੋ ਅਬਰਾਹਮ ਦੇ ਦੋ ਪੁੱਤਰ ਹੋਏ, ਇੱਕ ਗੋਲੀ ਤੋਂ ਅਤੇ ਦੂਜਾ ਆਜ਼ਾਦ ਤੋਂ। ਪਰ ਜਿਹੜਾ ਗੋਲੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ, ਪਰੰਤੂ ਜਿਹੜਾ ਆਜ਼ਾਦ ਤੋਂ ਹੋਇਆ ਉਹ ਬਚਨ ਦੇ ਕਾਰਨ ਜੰਮਿਆ। ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ ਹੈ ਜੋ ਇਹ ਤੀਵੀਆਂ ਦੋ ਨੇਮ ਹਨ। ਇੱਕ ਤਾਂ ਸੀਨਾ ਪਹਾੜੋ ਹੈ ਜੋ ਗੁਲਾਮੀ ਲਈ ਜਾਂਦੀ ਹੈ, ਇਹ ਹਾਜ਼ਰਾ ਹੈ, ਅਤੇ ਇਹ ਹਾਜ਼ਰਾ ਅਰਬ ਵਿੱਚ ਸੀਨਾ ਪਹਾੜ ਹੈ, ਅਤੇ ਹੁਣ ਦੀ ਯਰੂਸ਼ਲਮ ਉਹਦਾ ਜਵਾਬ ਹੈ। ਕਿਉਂ ਜੋ ਇਹ ਆਪਣੇ ਬੱਚਿਆਂ ਸਣੇ ਗੁਲਾਮੀ ਵਿੱਚ ਪਈ ਹੈ। ਪਰ ਯਰੂਸ਼ਲਮ ਜੋ ਉਤਾਂ ਹੈ ਉਹ ਆਜ਼ਾਦ ਹੈ। ਅਤੇ ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਅਬਰਾਹਮ ਦੇ ਪਰਿਵਾਰ ਦੀਆਂ ਦੋ ਇਸਤਰੀਆਂ ਹਾਜ਼ਰਾ ਅਤੇ ਸਾਰਾ ਹੈ। ਜੇ ਹਾਜ਼ਰਾ ਦੀ ਵਰਤੋਂ ਪੁਰਾਣੇ ਨੇਮ ਨੂੰ ਸਮਝਾਉਣ ਲਈ ਕੀਤੀ ਗਈ ਸੀ ਤਾਂ ਫਿਰ ਸਾਰਾ ਦੇ ਬਾਰੇ ਕੀ ਸਾਰਾ ਦੀ ਨਵੇਂ ਨੇਮ ਨੂੰ ਸਮਝਾਉਣ ਲਈ ਵਰਤੋਂ ਨਹੀਂ ਕੀਤੀ ਗਈ? ਆਇਤ 24 ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ ਹੈ ਜੋ ਇਹ ਤੀਵੀਆਂ ਦੋ ਨੇਮ ਹਨ। ਇੱਕ ਤਾਂ ਸੀਨਾ ਪਹਾੜੋ ਹੈ ਜੋ ਗੁਲਾਮੀ ਲਈ ਜਾਂਦੀ ਹੈ। ਸੀਨੇ ਪਹਾੜ ਤੇ ਦਿੱਤੀ ਗਈ ਵਿਵਸਥਾ ਮੂਸਾ ਦੇ ਦੁਆਰਾ ਸਥਾਪਿਤ ਪੁਰਾਣੇ ਨੇਮ ਦੀ ਵਿਵਸਥਾ ਹੈ, ਅਤੇ ਇਹ ਹਾਜ਼ਰਾ ਅਰਬ ਵਿੱਚ ਸੀਨਾ ਪਹਾੜ ਹੈ, ਅਤੇ ਹੁਣ ਦੀ ਯਰੂਸ਼ਲਮ ਉਹਦਾ ਜਵਾਬ ਹੈ। ਕਿਉਂ ਜੋ ਇਹ ਆਪਣੇ ਬੱਚਿਆਂ ਸਣੇ ਗੁਲਾਮੀ ਵਿੱਚ ਪਈ ਹੈ। ਪਰ ਯਰੂਸ਼ਲਮ ਜੋ ਉਤਾਂ ਹੈ, ਮਤਲਬ ਸਾਰਾ, ਉਹ ਆਜ਼ਾਦ ਹੈ। ਉਹ ਕੌਣ ਹੈ? ਸਾਡੀ ਮਾਤਾ ਹੈ। ਪਰਮੇਸ਼ਵਰ ਨੇ ਨਵਾਂ ਨੇਮ ਨੂੰ ਸਾਰਾ ਅਬਰਾਹਮ ਦੀ ਪਤਨੀ ਦੇ ਤੌਰ ਤੇ ਦੱਸਿਆ ਹੈ। ਉਹਨਾਂ ਨੇ ਸਾਨੂੰ ਇਹ ਅਹਿਸਾਸ ਕਰਾਇਆ ਕਿ ਸਾਡੀ ਮਾਤਾ ਜੀ ਦੇ ਬਾਰੇ ਗਵਾਹੀ ਦੇਣ ਲਈ ਆਖਿਰਕਾਰ ਸਾਰਾ ਇਸ ਧਰਤੀ ਉੱਤੇ ਮੌਜੂਦ ਹੈ। ਪਰਮੇਸ਼ਵਰ ਨੇ ਸਾਨੂੰ ਜਾਣਨ ਦੀ ਆਗਿਆ ਦਿੱਤੀ ਕਿ ਇਸ ਧਰਤੀ ਤੇ ਸਾਰਾ ਦੀ ਮੌਜੂਦਗੀ ਦਾ ਉਦੇਸ਼ ਹੈ ਸਾਨੂੰ ਸਵਰਗੀ ਮਾਤਾ ਜੀ ਦੇ ਬਾਰੇ ਪਤਾ ਲੱਗਣ ਦੇਣਾ। ਇਹ ਸਾਡੇ ਲਈ ਨਵੇਂ ਨੇਮ ਦੀ ਹਕੀਕਤ ਹੈ। ਸਾਡੀ ਸਵਰਗੀ ਮਾਤਾ ਜੀ ਨੂੰ ਲੱਭਣ ਦੀ ਪਰਮੇਸ਼ਵਰ ਦੀ ਮਰਜ਼ੀ ਹੈ। ਸਾਡੇ ਪਿਤਾ ਮਸੀਹ ਹਨ ਜੋ ਮਨੁੱਖ ਜਾਤੀ ਨੂੰ ਬਚਾਉਣ ਲਈ ਇਸ ਧਰਤੀ ਉੱਤੇ ਆਏ। ਜਦੋਂ ਪਿਤਾ ਜੀ ਧਰਤੀ ਉੱਤੇ ਸੀ ਤਦ ਉਹਨਾਂ ਨੇ ਸਾਡੇ ਲਈ ਇੱਕ ਬਹੁਤ ਮਹੱਤਵਪੂਰਨ ਸੰਦੇਸ਼ ਛੱਡਿਆ। ਅਲੀਸ਼ਾ ਨੇ ਏਲੀਆ ਦਾ ਪਾਲਨ ਕੀਤਾ, ਯਹੋਸ਼ੂਆ ਨੇ ਮੂਸਾ ਦਾ ਪਾਲਨ ਕੀਤਾ, ਪਤਰਸ ਨੇ ਯੀਸ਼ੂ ਦਾ ਪਾਲਨ ਕੀਤਾ, ਅਤੇ ਮੈਂ ਮਾਤਾ ਦਾ ਪਾਲਨ ਕਰਦਾ ਹਾਂ। ਜਿਵੇਂ ਕਿ ਪਿਤਾ ਜੀ ਨੇ ਕਿਹਾ, ਮੈਂ ਮਾਤਾ ਜੀ ਦਾ ਪਾਲਨ ਕਰਦਾ ਹਾਂ। ਫਿਰ ਕਿ ਸਾਡੇ ਜੀਵਨ ਦਾ ਰਾਹ ਸਾਡੇ ਪਿਤਾ ਵਰਗਾ ਨਹੀਂ ਹੋਣਾ ਚਾਹੀਦਾ, ਅਤੇ ਕਿ ਸਾਨੂੰ ਵੀ ਮਾਤਾ ਜੀ ਦਾ ਪਾਲਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਦਿਆਂ ਸਾਡੇ ਭਵਿੱਖ ਵਿੱਚ ਸਾਡੇ ਕੋਲ ਹੋਣ ਵਾਲੇ ਉਹ ਸ਼ਾਨਦਾਰ ਜੀਵਨ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਜੋ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤਾ ਹੈ। ਆਓ ਅਸੀਂ ਸਵਰਗੀ ਮਾਤਾ ਜੀ ਨਾਲ ਇੱਕ ਸੁਨਹਿਰੇ ਭਵਿੱਖ ਵੱਲ ਲਗਾਤਾਰ ਦੌੜਦੇ ਹੋਏ ਪਿਤਾ ਜੀ ਦੇ ਰਾਹ ਦਾ ਪਾਲਨ ਕਰੀਏ। ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।